ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਟੋਟਕ ਸੰਦ ਤਿਸ ਦੇਸ ਨਰੇਸ ਸੁਣਿਓ ਸਰਵਨ ਸਤ ਸੰਤ ਸਰੂਪ ਅਯੋ ਰਬ ਨੰਗ। ਗਤ ਕਾ ਬਲਵਾਨ ਵਿਸਾਲ ਕਲਾ ਅਵਲੋਕਤ ਲੋਚਨ ਹੋਤ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰ ਕੀ ਪਿਆਰੀ ਗੁਰ ਕੀ ਦੁਲਾਰੀ ਸਾਧ ਸੰਗਤ ਜੀਓ ਆਪ ਜੀ ਵਡਭਾਗੇ ਹੋ। ਸਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਇਹ ਉਹ ਘਰ ਹੈ ਜਿੱਥੇ ਸੁੱਖ ਤੇ ਚੈਨ ਮਿਲਦੇ ਹਨ। ਉਸ ਦਰ ਦੇ ਉੱਤੇ ਆਪ ਜੀ ਰੋਜ਼ਾਨਾ ਹੀ ਨਤਮਸਤਕ ਹੋ ਕਰਕੇ ਪ੍ਰੇਮ ਭਾਵਨਾ ਸ਼ਰਧਾ ਸਹਿਤ ਜੋ ਗੁਰ ਇਤਿਹਾਸ ਆਦਿ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਹੈ। ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਸ਼੍ਰੀ ਨਾਨਕ ਪ੍ਰਕਾਸ਼ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਉਹਨਾਂ ਦੀ ਰਸਨਾ ਤੋਂ ਅੰਕਿਤ ਹੋਇਆ। ਉਹਨਾਂ ਨੇ ਕਰ ਕਮਲਾਂ ਦੇ ਨਾਲ ਜੋ ਕਲਮਬੰਦ ਕੀਤਾ ਹੈ। ਆਪ ਜੀ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋ। ਵਡਭਾਗੇ ਹੋ ਜੀ ਜਿੱਥੇ ਆਪ ਜੀ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਉੱਥੇ ਹੀ ਅੱਜ ਦਾ ਇਹ ਪਾਵਨ ਪਵਿੱਤਰ ਮੁਬਾਰਕ ਦਿਹਾੜਾ ਵੀ ਚੱਲ ਰਿਹਾ ਹੈ। ਇੱਕ ਪਾਸੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ 12 ਮਹੀਨਿਆਂ ਦਾ ਉਪਦੇਸ਼ ਦਿੱਤਾ, ਉਸ ਦੇ ਤਹਿਤ ਅੱਜ ਸਾਉਣ ਮਹੀਨੇ ਦੀ ਵੀ ਆਰੰਭਤਾ ਹੋਈ ਹੈ ਅਤੇ ਨਾਲ ਹੀ ਜੋ ਮਹਾਨ ਸ਼ਹੀਦੀ ਦਿਹਾੜਾ ਜਿਨ੍ਹਾਂ ਦੇ ਪ੍ਰਥਾਏ ਅਸੀਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਅਤੇ ਅੰਤ ਦੇ ਇਸ ਪਹਿਰੇ ਵਿੱਚ ਜਾ ਕਰਕੇ ਆਪਾਂ ਕਹਿੰਦੇ ਹਾਂ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਰਿਓ ਕਰੋ ਕਿਰਪਾ ਬੋਲੋ ਜੀ, ਫਿਰ ਕਰੋ ਕਿਰਪਾ ਬੋਲੋ ਜੀ। ਉਸ ਮਹਾਨ ਸਿੱਖ ਦਾ ਜਿਸ ਦੀ ਮਾਂ ਦੀ ਦਿੱਤੀ ਹੋਈ ਗੁੜਤੀ ਨੇ ਆਪਣੀ ਖੋਪੜੀ ਤਾਂ ਲਵਾ ਲਈ, ਪਰ ਆਪਣੇ ਕੇਸਾਂ ਦੀ ਬੇਅਦਬੀ ਜਿਹੜੀ ਹੈ ਉਹ ਨਹੀਂ ਹੋਣ ਦਿੱਤੀ। ਇਹ ਸਿੱਖ ਦਾ ਫਰਜ਼ ਹੈ ਜੋ ਉਹਨੇ ਆਪਣੇ ਅੰਤਲੇ ਸਵਾਸਾਂ ਤੱਕ ਨਿਭਾਇਆ। ਇਹੋ ਜਿਹੇ ਮਹਾਨ ਗੁਰਸਿੱਖ ਦਾ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਅੱਜ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਹੈ, ਜਿਸ ਨੂੰ ਵੀ ਸਰਬੱਤ ਲੁਕਾਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਹੈ ਉਹ ਆਪਣਾ ਸਿਰ ਝੁਕਾਉਂਦਿਆਂ ਹੋਇਆਂ ਸ਼ਹੀਦੀ ਨੂੰ ਨਮਸਕਾਰ ਕਰ ਰਹੀ ਹੈ। ਉਸ ਮਹਾਨ ਪਿਆਰੇ ਨੂੰ ਯਾਦ ਕਰ ਰਹੀ ਹੈ। ਆਓ ਜੋ ਕੱਲ੍ਹ ਦੀ ਗੱਲ ਅਸੀਂ ਸਰਵਣ ਕਰ ਰਹੇ ਹਾਂ ਉਹਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਲਯੁਗ ਨੂੰ ਜਿਹੜਾ ਹੈ ਉਹ ਸਿੱਧ ਗੋਸ਼ਟ ਹੋਈ, ਕਲਯੁਗ ਦੇ ਨਾਲ ਵਾਰਤਾਲਾਪ ਹੋਈ ਅਤੇ ਗੁਰੂ ਜੀ ਦੇ ਬਚਨ ਮੰਨ ਕੇ ਕਲਯੁਗ ਉੱਥੋਂ ਚਲਾ ਗਿਆ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਲੁਕਾਈ ਨੂੰ ਤਾਰਦਿਆਂ ਹੋਇਆਂ ਇੱਕ ਨਗਰ ਦੇ ਵਿੱਚ ਜਾ ਕੇ ਡੇਰਾ ਲਾਇਆ ਹੈ। ਇੱਕ ਰੁੱਖ ਦੀ ਛਾਵੇਂ ਬੈਠੇ, ਉੱਥੇ ਇੱਕ ਡੂਮ ਆਇਆ, ਉਹ ਭੁੱਖਾ ਸੀ। ਉਹਨੇ ਸਿਫਤ ਸਲਾਹ ਦੇ ਗੀਤ ਗਾਏ ਅਤੇ ਬਾਬੇ ਨਾਨਕ ਦੇ ਕੋਲੋਂ ਆਪਣੀ
ਭੁੱਖ ਨੂੰ ਤ੍ਰਿਪਤ ਕਰਨ ਵਾਸਤੇ ਕੁਝ ਮੰਗਦਾ ਹੈ। ਮੇਰੇ ਬਾਬੇ ਨੇ ਇੱਕ ਦਰਖਤ ਦੇ ਜੜ੍ਹ ਵੱਲ ਇਸ਼ਾਰਾ ਕੀਤਾ। ਉੱਥੇ ਉਸ ਨੂੰ ਇੱਕ ਅਸ਼ਰਫੀ ਮਿਲੀ, ਬੜਾ ਖੁਸ਼ ਹੋਇਆ। ਜਦੋਂ ਕੁਝ ਮਿਲ ਗਿਆ, ਆਪਣੇ ਪਿੰਡ ਦੇ ਵਿੱਚ ਜਾ ਕਰਕੇ ਲੁਕਾਈ ਨੂੰ ਦੱਸਣਾ ਕੀਤਾ, ਅਤੇ ਉੱਥੋਂ ਦੇ ਲੋਕ ਵੀ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਨੇ ਆ ਕਰਕੇ। ਜੋ ਮੂੰਹ ਦੀਆਂ ਮੰਗਾਂ ਹਨ ਉਹ ਮੁਰਾਦਾਂ ਪੂਰੀਆਂ ਕਰਦੇ ਨੇ। ਇਤਨਾ ਕਿ ਆਂਦੇ ਜਸ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕਿ ਉਸ ਦੇਸ਼ ਦਾ ਜਿਹੜਾ ਰਾਜਾ ਸੀ ਉਹਨੂੰ ਹੁਣ ਪਤਾ ਲੱਗਾ ਹੈ। ਉਹ ਦੇਸ਼ ਦਾ ਰਾਜਾ ਵੀ ਹੁਣ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ ਹੈ। ਕਿਸ ਤਰ੍ਹਾਂ ਆ ਰਿਹਾ ਹੈ, ਕੀ ਭੇਟਾਵਾਂ ਲੈ ਰਿਹਾ ਹੈ, ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸ ਤਰ੍ਹਾਂ ਲੁਕਾਈ ਨੂੰ ਉਤਾਰ ਰਹੇ ਨੇ। ਆਓ ਪਾਵਨ ਪਵਿੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦਿਓ ਅਸੀਸ, ਅੱਖ ਨਾ ਕਰੋ। ਵਿਚਾਰਾਂ ਦੀ ਆਰੰਭਤਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਛੋਟਕ ਸੰਤ ਤਿਸ ਦੇਸ ਨਰੇਸ ਸੁਣਿਓ ਸਭ ਅੰਗ। ਆਂਦੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਸ ਫੈਲਿਆ ਅਤੇ ਉਸ ਦੇਸ਼ ਦੇ ਰਾਜੇ ਨੂੰ ਜਦੋਂ ਜਿਹੜਾ ਹੈ ਉਸ ਜਸ ਦਾ ਪਤਾ ਲੱਗਾ ਹੈ। ਸਤ ਸੰਤ ਸਰੂਪ ਅਯੋ ਰਵਨੰਗ। ਕਹਿਣ ਲੱਗਾ ਕਿ ਉਹ ਸੰਤ ਸਰੂਪ ਹਨ ਅਤੇ ਉਹਨਾਂ ਦਾ ਚਿਹਰਾ ਜਿਹੜਾ ਹੈ ਰੱਬ ਲੋਕ ਹੈ। ਉਹਨਾਂ ਦੇ ਦਰਸ਼ਨ ਮੈਂ ਵੀ ਕਰਾਂ ਜਾ ਕੇ। ਗਤ ਕਾ ਬਲਵਾਨ ਵਿਸਾਲ ਕਰ। ਜਿਨ੍ਹਾਂ ਦੀ ਗਤੀ ਬੜੀ ਬਲਵਾਨ ਹੈ, ਜੋ ਸਰਬ ਕਲਾ ਸਮਰੱਥ ਹਨ ਜੀ। ਅਵਲੋਕਤ ਲੋਚਨ ਹੋਤ ਭਲਾ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਲੁਕਾਈ ਦਾ ਪਾਰ ਉਤਾਰਾ ਹੁੰਦਾ ਹੈ। ਪਟ ਭੇਟਨ ਕੋ ਪਟ ਭੇਟ ਲਈ। ਤੇ ਆਂਦੇ ਜਦੋਂ ਹੁਣੇ ਦਰਸ਼ਨ ਕਰਨ ਲਈ ਤੁਰਿਆ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਸੁਣੋ ਗੁਰੂ ਕੀ ਸੰਗਤ ਜੀ, ਵੇਖੋ ਭਾਵਨਾ ਹੈ। ਕੋਈ ਪਿਆਰੇ ਦਾ ਪਤਾ ਲੱਗ ਜਾਵੇ, ਪਿਆਰਾ ਘਰ ਨੂੰ ਆ ਰਿਹਾ ਹੈ, ਅਸੀਂ ਦਰਵਾਜ਼ੇ ਖੋਲ੍ਹ ਦਿੰਦੇ ਹਾਂ ਘਰ ਦੇ। ਕੋਈ ਸੱਜਣ ਆ ਰਿਹਾ ਹੈ, ਬੇਲੀ ਆ ਰਿਹਾ ਹੈ, ਉਹਦੀ ਆਓ ਭਗਤ ਕਰਨੀ ਹੈ, ਉਹਨੂੰ ਜੀ ਆਇਆਂ ਨੂੰ ਜਿਹੜਾ ਹੈ ਕਹਿਣਾ। ਅਤੇ ਕਈ ਵਾਰ ਇੱਦਾਂ ਵੀ ਹੁੰਦਾ ਹੈ ਕਿਸੇ ਸੱਜਣ ਨੂੰ ਮਿਲਣ ਦੇ ਲਈ ਜਾਣਾ, ਕਿਸੇ ਪਿਆਰੇ ਨੂੰ ਮਿਲਣ ਦੇ ਲਈ ਜਾਣਾ ਅਤੇ ਉਹਦੇ ਲਈ ਫਿਰ ਸੁਗਾਤਾਂ ਲੈ ਕੇ ਜਾਣਾ। ਆਪਾਂ ਮਿਲਣ ਚੱਲੇ ਹਾਂ, ਉਹਦੇ ਲਈ ਕੋਈ ਭੇਟਾ ਜਿਹੜੀ ਹੈ ਲੈ ਕੇ ਚੱਲੀਏ। ਇਹ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ। ਅੱਜ ਉਸ ਰੱਬ ਦੇ ਦਰਸ਼ਨ ਕਰਨ ਦੇ ਲਈ ਚੱਲਾ ਹੈ ਇਹ ਰਾਜਾ। ਅਤੇ ਮਨ ਦੇ ਵਿੱਚ ਕੀ ਹੈ, ਮਨ ਦੇ ਵਿੱਚ ਇਹ ਨਿਰਣਾ ਕਰ ਲਿਆ, ਮੈਂ ਸੁੰਦਰ ਵਸਤਰ ਜਿਹੜੇ ਨੇ ਗੁਰੂ ਸਾਹਿਬ ਵਾਸਤੇ ਭੇਟਾ ਕਰਨ ਵਾਸਤੇ ਲੈ ਕੇ ਚੱਲਾਂਗਾ। ਘਟ ਕੋ ਪਟ ਮਾਟੇ ਤਰਿਤ ਪਈ। ਤੇ ਆਂਦਾ ਨਾਲ ਹੀ ਮੇਰੇ ਮਨ ਦੀ ਇਹ ਮਨਸਾ ਹੈ ਕਿ ਜਿਹੜੇ ਮੇਰੇ ਅੰਦਰਲੇ ਪੜਦੇ ਹਨ ਭਰਮ ਤੇ ਵਿਕਾਰਾਂ ਦੇ, ਉਹਨਾਂ ਦੇ ਦਰਸ਼ਨ ਕਰਕੇ ਇਹ ਭੇਟਾ ਜਿਹੜੀ ਕੱਪੜੇ ਦੀ ਰੱਖ ਕੇ ਉਹ ਸਾਰੇ ਦੇ ਸਾਰੇ ਨਿਵਰਤ ਕਰ ਲਵਾਂਗਾ। ਪਟ ਪੀਰਨ ਲਈ ਚਲ ਆਏ ਤਹਾਂ। ਤੇ ਆਪਣੇ ਨਾਲ ਹੁਣ ਰਾਜਾ ਸੀ, ਆਪਣੇ ਨਾਲ ਸੈਨਾ ਲੈ ਲਈ, ਸਿਪੇ ਸਲਾਰ ਲੈ ਲਏ ਤੇ ਗੁਰੂ ਜੀ ਕੇ ਦਰਸ਼ਨ ਕਰਨ ਵਾਸਤੇ ਜਿੱਥੇ ਗੁਰੂ ਜੀ ਬੈਠੇ ਹੋਏ ਨੇ ਉਸ ਰੁੱਖ ਦੀ ਛਾਵੇਂ ਉਧਰ ਨੂੰ ਤੁਰ ਪਿਆ। ਅਰਬਿੰਦ ਬਿਲੋਚਨ ਬੈਸ ਜਹਾਂ। ਆਂਦੇ ਜਿੱਥੇ ਕਮਲ ਦੇ ਨੈਣਾ ਵਰਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੈਠੇ ਹੋਏ ਸਨ। ਕਰ ਬੰਦ ਕਰੀ ਪਦ ਬਦ ਨਤਾ। ਪਹੁੰਚ ਗਿਆ ਉਸ ਟਿਕਾਣੇ ਦੇ ਉੱਤੇ ਤੇ ਜਾ ਕਰਕੇ ਦੋਨੋਂ ਹੱਥ ਜੋੜਦਾ ਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣੇ
ਮੱਥੇ ਨੂੰ ਰੱਖ ਕਰਕੇ ਨਮਸਕਾਰ ਕੀਤੀ ਹੈ। ਚੱਕ ਸੋ ਮੋਖ ਦੇਖ ਆਨੰਦਵਤਾ। ਕਿੱਦਾਂ ਦਾ ਮੁਖੜਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਰਾਜਾ ਆਪਣੇ ਅਲਫਾਜ਼ਾਂ ਰਾਹੀਂ ਬਿਆਨ ਕਰ ਰਿਹਾ ਹੈ। ਕਹਿੰਦੇ ਦੇਖਦਿਆਂ ਹੀ ਮਨ ਜਿਹੜਾ ਹੈ ਰਾਜੇ ਦਾ ਗੁਰੂ ਨਾਨਕ ਦੇਵ ਜੀ ਦਾ ਜਦੋਂ ਮੁਖੜਾ ਤੱਕਿਆ ਆਨੰਦਿਤ ਹੋ ਗਿਆ। ਪਨ ਆਨੰਦ ਬੇਨਤ ਦੀਨ ਮੰਗ। ਬੜਾ ਦੀਨ ਬਣ ਕੇ, ਬੜਾ ਆਕੁਰ ਬਣ ਕੇ, ਬੜਾ ਹੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਸੀਸ ਨੂੰ ਝੁਕਾਉਂਦਿਆਂ ਦੋਨੋਂ ਹੱਥ ਜੋੜਦਿਆਂ ਇੱਦਾਂ ਆਪਣੇ ਮਨ ਦੀ ਜਿਹੜੀ ਹੈ ਗੱਲ ਦੱਸਣ ਲੱਗਾ। ਉਪਕਾਰ ਕੇ ਹੇਤ ਤਰੋ ਸੁਤ ਨੰਗ। ਕਹਿਣ ਲੱਗੇ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ, ਹੈ ਮਹਿਤਾ ਕਲਿਆਣ ਦਾਸ ਦੇ ਪੁੱਤਰ ਮਾਂ ਤ੍ਰਿਪਤਾ ਦੇ ਜਾਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਪਰ ਉਪਕਾਰ ਵਾਸਤੇ ਸੰਸਾਰ ਤੇ ਆਏ ਹੋ। ਆਪ ਜੀ ਲੁਕਾਈ ਦਾ ਉਧਾਰ ਕਰਨ ਵਾਸਤੇ ਸੰਸਾਰ ਤੇ ਪ੍ਰਗਟ ਹੋਏ ਹੋ। ਉਪਦੇਸ ਦਿਜੇ ਨਿਜ ਸਿੱਖ ਕਰ। ਮੇਰੀ ਵੀ ਬੇਨਤੀ ਸੁਣੋ, ਮੇਰੀ ਫਰਿਆਦ ਸੁਣੋ। ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਹੈ। ਕਿਹੜੀ ਬੇਨਤੀ ਹੈ? ਕਹਿਣ ਲੱਗਾ ਉਪਦੇਸ਼ ਦੀਜੈ ਨਿਜ ਸਿੱਖ ਕੀਜੈ। ਮੈਨੂੰ ਆਪਣਾ ਉਪਦੇਸ਼ ਬਖਸ਼ੋ, ਆਪਣਾ ਸਿੱਖ ਬਣਾ ਲਓ। ਪਪ ਬੰਦ ਅਮੰਕਨ ਮੈਲ ਹਰ। ਤੇ ਮੇਰੇ ਅੰਦਰ ਦੀਆਂ ਜਿੰਨੀਆਂ ਹੀ ਮੈਲਾਂ ਹਨ, ਜਿਸ ਤਰ੍ਹਾਂ ਭਵ ਸਾਗਰ ਨੂੰ ਤੁਸੀਂ ਤਾਰ ਦਿੰਦੇ ਹੋ, ਉਹਨਾਂ ਦੀਆਂ ਮੈਲਾਂ ਤੇ ਪਾਪ ਦੂਰ ਕਰ ਦਿੰਦੇ ਹੋ। ਮੇਰੇ ਵੀ ਪਾਪ ਨਾਸ਼ ਕਰ ਦਵੋ ਜੀ। ਸੁਣ ਕਿਰਤ ਕੋ ਸਰਦਾ ਤਾਰ ਕੇ। ਆਂਦੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਦੇ ਬਚਨ ਸੁਣਨੇ ਕੀਤੇ ਹਨ ਜੀ। ਭਗਵਾਨ ਗਏ ਜਮ ਤੇ ਡਰ ਕੇ। ਤੇ ਕਹਿਣ ਲੱਗਾ ਮੈਂ ਤੁਹਾਡੀ ਕੀਰਤ ਸੁਣੀ ਹੈ, ਮੈਂ ਤੁਹਾਡਾ ਜਸ ਸੁਣਿਆ ਹੈ ਤੇ ਸ਼ਰਧਾ ਧਾਰ ਕੇ ਮੈਨੂੰ ਮੌਤ ਤੋਂ ਡਰ ਲੱਗਦਾ ਹੈ। ਮੈਂ ਜਮਾਂ ਤੋਂ ਬਹੁਤ ਡਰਦਾ ਹਾਂ, ਕਿਉਂਕਿ ਬਾਣੀ ਨੇ ਇੱਕ ਹਵਾਲਾ ਦਿੱਤਾ ਗੁਰ ਕੀ ਸੰਗਤ ਜੀ। ਮਰਨੇ ਤੇ ਜਗਤ ਡਰੈ, ਜੀਵੰਦਿਆਂ ਲੋੜੈ ਸਭ ਕੋਇ। ਜਿੰਦੇ ਹਾਂ ਜੀ ਤੇ ਸਭ ਕੋਈ ਕਹਿ ਰਿਹਾ ਹੈ ਸਭ ਕੁਝ ਮਿਲ ਜਾਵੇ, ਆਹ ਵੀ ਮਿਲ ਜੇ ਉਹ ਵੀ ਮਿਲ ਜੇ। ਪਰ ਜਦੋਂ ਮੌਤ ਦਾ ਜ਼ਿਕਰ ਚੱਲਦਾ ਹੈ ਕਹਿੰਦਾ ਨਾ, ਮੈਨੂੰ ਮੌਤ ਨਹੀਂ ਆਉਣੀ ਚਾਹੀਦੀ। ਕਹਿੰਦਾ ਮੈਂ ਮੌਤ ਤੋਂ ਡਰ ਕੇ ਤੁਹਾਡੀ ਸ਼ਰਧਾ ਸੁਣ ਕੇ ਤੁਹਾਡੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਇਆ ਹਾਂ ਜੀ। ਸੁਣ ਕੇ ਸੁਖ ਦਾਨ ਪਨ ਬਚਨ। ਸੁਖਾਂ ਦੇ ਦਾਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਸ ਰਾਜੇ ਦੇ ਇਹ ਬਚਨ ਸੁਣੇ ਤੇ ਆਪਣੇ ਮੁਖਾਰ ਬਿੰਦ ਤੋਂ ਉਹਨੂੰ ਜਿਹੜੇ ਨੇ ਉਪਦੇਸ਼ ਦੇਣ ਲੱਗੇ ਹਨ ਜੀ। ਜਿਨ ਮੈਂ ਗਤ ਦੇਵਨ ਕੀ ਰਚਨਾ। ਆਂਦੇ ਕਹੋ ਜੇ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਦੇ ਅੰਦਰ ਇਤਨਾ ਕੇ ਬਲ ਹੈ ਕਿ ਉਹ ਦੂਸਰਿਆਂ ਨੂੰ ਜਿਹੜਾ ਹੈ ਭਵਜਲ ਸੰਸਾਰ ਤੋਂ ਪਾਰ ਕਰ ਸਕਦੇ ਹਨ। ਸੁਖ ਮੈਂ ਦੁਖ ਮੈਂ ਨਿਤ ਨਾਮ ਭਜ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ, ਹੇ ਰਾਜਨ, ਜੇ ਤੂੰ ਸ਼ਰਧਾ ਧਾਰ ਕੇ ਆਇਆ ਗੁਰੂ ਨਾਨਕ ਦੇ ਘਰ ਦੇ ਉੱਤੇ, ਜੇ ਤੂੰ ਆਪਣਾ ਅਕੀਦਾ ਰੱਖ ਕੇ ਆਇਆ ਗੁਰੂ ਨਾਨਕ ਦੇ ਘਰ ਦੇ ਉੱਤੇ, ਜੇ ਤੂੰ ਪ੍ਰੇਮ ਤੇ ਭਾਵਨਾ ਪ੍ਰੇਮ ਸਹਿਤ ਆਇਆ ਹੈ, ਆ ਬਚਨ ਮਨ ਸਾਡੇ ਜ਼ਿੰਦਗੀ ਦੇ ਵਿੱਚ ਸੁਖ ਹੋਵੇ। ਸੁਖ ਮੈਂ ਦੁੱਖ ਮੈਂ ਨਿਤ ਨਾਮ ਭਜੋ। ਜੇ ਜ਼ਿੰਦਗੀ ਦੇ ਵਿੱਚ ਸੁਖ ਹੈ ਤੇ ਉੱਥੇ ਵੀ ਪਰਮਾਤਮਾ ਦੇ ਅੱਗੇ ਖਲੋ ਕਰਕੇ ਸ਼ੁਕਰਾਨਾ ਕਰ, ਤੇ ਜੇ ਕਿਤੇ ਦੁੱਖ ਆ ਗਿਆ ਉੱਥੇ ਵੀ ਮਾਲਕ ਦੇ ਨਾਮ ਦੀ ਬੰਦਗੀ ਦੇ ਨਾਲ ਜਿਹੜਾ ਹੈ ਉੱਥੇ ਅਰਦਾਸ ਦੇ ਤਹਿਤ ਜੁੜ ਜਾ। ਕਿਉਂਕਿ ਦੇਖ ਜਦੋਂ ਬਾਣੀ ਆਪਾਂ ਪੜ੍ਹਦੇ ਹਾਂ ਨਾ ਗੁਰੂ ਕੀ ਸੰਗਤ ਜੀ, ਸੱਚਾਈ ਹੈ। ਜਦੋਂ ਇੱਕ ਅੱਛੇ ਮਨੁੱਖ ਦੀ ਪਰਿਭਾਸ਼ਾ ਕਿਤੇ ਬਾਣੀ ਦੇ ਵਿੱਚੋਂ ਪੜ੍ਹਨੀ ਹੋਵੇ, ਉਹ ਸੰਤ ਤੱਕ ਜਾ ਸਕਦਾ ਹੈ, ਬ੍ਰਹਮ ਗਿਆਨੀ ਦਾ ਰੂਪ ਹੋ ਸਕਦਾ ਇੱਥੋਂ ਤੱਕ। ਉਹਦੇ ਵਿੱਚ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਕੋਈ ਅਭੇਦਤਾ ਨਹੀਂ ਹੋ ਸਕਦੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਹ ਬਚਨ
ਰਾਗ ਸੋਰਠ ਦੇ ਅੰਦਰ ਤੁਸੀਂ ਪੜ੍ਹਦੇ ਹੋ, ਸੁਣਦੇ ਹੋ, ਆਪ ਜੀ ਨੂੰ ਯਾਦ ਹੋਣਗੇ। ਮੇਰੇ ਮਾਲਕ ਕਹਿੰਦੇ ਨੇ ਅਸਲ ਦੇ ਵਿੱਚ ਸੰਸਾਰ ਦੇ ਉੱਤੇ ਉਹੀ ਮਨੁੱਖ ਜਿਹੜਾ ਪ੍ਰਮਾਣਿਤ ਹੋਇਆ ਤੇ ਉਹੀ ਰੱਬ ਦਾ ਰੂਪ ਹੋ ਕੇ ਨਿਬੜਿਆ, ਜਿਹਦੇ ਜੀਵਨ ਦੇ ਵਿੱਚ ਇਹ ਬਾਣੀ ਜਿਹੜੀ ਹੈ ਘਰ ਕਰ ਗਈ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਂਕੈ। ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਂਕੈ। ਲੋਭ ਮੋਹ ਅਭਿਮਾਨਾ, ਹਰਖ ਸੋਕ ਤੇ ਰਹੇ ਨਿਆਰੋ, ਨਾਹੀ ਮਾਨ ਅਪਮਾਨ। ਤੇ ਅੰਤਲੀਆਂ ਪੰਕਤੀਆਂ ਨੇ ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਹਨੇ ਗੁਰੂ ਨਾਨਕ ਦੇ ਘਰ ਦਾ ਇਹ ਬਚਨਾਂ ਨੂੰ ਮੰਨ ਲਿਆ, ਇੱਥੇ ਵੀ ਰਾਜਨ ਨੂੰ ਉਪਦੇਸ਼ ਦਿੰਦੇ ਪਏ ਨੇ, ਇਹ ਰਾਜਨ ਤੂੰ ਸੁੱਖ ਦੇ ਦੁੱਖ ਦੇ ਵਿੱਚ ਪਰਮਾਤਮਾ ਨੂੰ ਜਿਹੜਾ ਹੈ ਨਾ ਉਹ ਭਜਿਆ ਕਰ, ਪਰਮਾਤਮਾ ਨੂੰ ਜਿਹੜਾ ਹੈ ਨਾ ਉਹ ਯਾਦ ਕਰਿਆ। ਇੱਕ ਗੱਲ ਦੁਨਿਆਵੀ ਪੱਖ ਦੀ ਮੈਨੂੰ ਯਾਦ ਆ ਰਹੀ, ਮੈਂ ਸਾਂਝੀ ਕਰਾਂ। ਜਦੋਂ ਤੇ ਹੋਵੇ ਬੱਚੀ ਦਾ ਵਿਆਹ, ਬੱਚੇ ਨੇ ਚੜ੍ਹਨਾ ਹੋਵੇ ਘੋੜੀ, ਸ਼ੇਰੀ ਲੱਗਣੇ ਹੋਣ, ਵਾਜੇ ਤੇ ਢੋਲ ਜਿਹੜੇ ਨੇ ਘਰ ਦੇ ਵਿੱਚ ਵੱਜਣੇ ਹੋਣ, ਤੇ ਉਦੋਂ ਆਪਾਂ ਫਿਰ ਇੱਕ ਦਿਨ ਉਹ ਵੀ ਕੱਢਦੇ ਹਾਂ ਕਿ ਘਰ ਦੇ ਵਿੱਚ ਅਖੰਡ ਪਾਠ ਕਰਾ ਲਿਆ ਜਾਵੇ। ਘਰ ਦੇ ਵਿੱਚ ਜਿਹੜਾ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਪੜ੍ਹਾ ਲਈ ਜਾਵੇ। ਬਹੁਤ ਸੁੰਦਰ ਹੈ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਬਹੁਤ ਸੁਚੱਜੀ ਗੱਲ ਹੈ। ਕਿਸੇ ਵੀ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਧਿਆਉਣਾ ਬੜਾ ਮੁਬਾਰਕ ਹੈ। ਪਰ ਹੁਣ ਇਸ਼ਟ ਨੂੰ ਧਿਆ ਕਰਕੇ ਬਾਅਦ ਦੇ ਵਿੱਚ ਬਾਬਾ ਜੀ ਹਜੇ ਗੁਰਦੁਆਰੇ ਤੱਕ ਵੀ ਨਹੀਂ ਪੁੱਜੇ ਹੁੰਦੇ ਤੇ ਫਿਰ ਡੀਜੇ ਚੱਲਦੇ ਨੇ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਅਗਲੇ ਦਿਨ ਦੇ ਧੀਆਂ ਭੈਣਾਂ ਦੇ ਨਾਲ ਹੀ ਪਤਾ ਹੀ ਨਹੀਂ ਲੱਗਦਾ ਆਪਣੀ ਹੈ ਜਾਂ ਪਰਾਈ ਹੈ। ਬਾਹਾਂ ਫੜ ਕੇ ਬੜੇ ਚਾਅ ਦੇ ਨਾਲ ਨੱਚਦੇ ਹਾਂ। ਬੋਤਲਾਂ ਦੇ ਡੱਕ ਖੁੱਲ੍ਹ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਨਸ਼ੇ ਦੇ ਵਿੱਚ ਮਾਂ ਕੌਣ ਹੈ ਅਤੇ ਭੈਣ ਕੌਣ ਹੈ। ਉਦੋਂ ਹੀ ਪਤਾ ਲੱਗਦਾ ਜਦੋਂ ਨਾਲੀ ਦੇ ਵਿੱਚ ਡਿੱਗਾ ਹੁੰਦਾ ਅਤੇ ਜਾਂ ਪੱਗ ਜਿਹੜੀ ਹੈ ਫਿਰ ਕਿਸੇ ਦੇ ਘਰ ਰਹਿ ਜਾਂਦੀ। ਕਹਿੰਦੇ ਫੁੱਫੜ ਜਿਹੜਾ ਸੀ ਨਾ ਗਿਆ ਸੀ ਵਿਆਹ ਦੇ ਵਿੱਚ ਅਤੇ ਪੱਗ ਹੀ ਗਵਾ ਕੇ ਆ ਗਿਆ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜੀਵਨ ਬਣ ਚੁੱਕਾ ਹੈ ਸਾਡਾ, ਪਰ ਇਹੋ ਜਿਹਾ ਜੀਵਨ ਨਹੀਂ ਸੀ ਸਿੱਖ ਦਾ। ਸਿੱਖ ਦਾ ਜੀਵਨ ਸੀ ਕਿ ਬਾਣੀ ਦੇ ਨਾਲ ਉਹਦੀ ਪ੍ਰੀਤੀ ਪੈ ਜਾਂਦੀ। ਜੋ ਬਾਣੀ ਕਹਿੰਦੀ ਪਈ ਹੈ ਉਹੀ ਹੁੰਦਾ। ਇੱਥੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਸੁਖ ਮੈਂ ਦੁੱਖ ਮੈਂ ਨਿਜ ਨਾਮ ਭਜੋ। ਹੇ ਰਾਜਨ ਸੁਖ ਹੋਵੇ ਦੁੱਖ ਹੋਵੇ ਰੱਬ ਦੀ ਕੀਰਤੀ ਨਾ ਛੱਡੀ। ਸਤ ਸੰਗਤ ਪ੍ਰੀਤ ਹਿਰੇ ਨਾ ਕਾਜ। ਤੇ ਦੂਜੀ ਗੱਲ ਇਹ ਓ ਗੁਰੂ ਕੀ ਜਿਹੜੀ ਸੰਗਤ ਹੈ, ਸਤ ਸੰਗਤ ਹੈ ਨਾ, ਇਹਦੀ ਪ੍ਰੀਤੀ ਜਿਹੜੀ ਹੈ ਉਹ ਨਾ ਛੱਡੀ। ਪਿਆਰ ਨਾਲ ਤੂੰ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕਈ ਕਹਿੰਦੇ ਨਾ ਕਿ ਬਸ ਆਪਾਂ ਤੇ ਲਾ ਲਿਆ ਟੀਵੀ, ਤੇ ਟੀਵੀ ਲਾ ਕੇ ਆਪਾਂ ਤੇ ਰੋਜ਼ਾਨਾ ਹੀ ਜਿਹੜਾ ਹੈ ਬਾਣੀ ਸੁਣਦੇ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ, ਮੁਬਾਰਕ ਹੈ ਬਾਣੀ ਸੁਣਨੀ, ਕੋਈ ਮਾੜੀ ਗੱਲ ਨਹੀਂ ਹੈ। ਲਾਈਵ ਟੈਲੀਕਾਸਟ ਦੇਖ ਲੈਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਬਾਣੀ ਦੀਆਂ ਹਦਾਇਤਾਂ 'ਤੇ ਵੀ ਤੇ ਚੱਲੋ ਨਾਲ ਨਾ। ਬਾਬਾ ਤੇ ਕਹਿੰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਬਾਬਾ ਤੇ ਰੋਜ਼ ਹੀ ਆਵਾਜ਼ ਮਾਰਦਾ ਆ ਮੇਰੇ ਦਰ 'ਤੇ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਅਤੇ ਆਪਾਂ ਕਹਿੰਦੇ ਰਜਾਈ ਦੇ ਵਿੱਚ ਬੈਠੇ ਹਾਂ, ਟੈਲੀਕਾਸਟ ਵੀ ਦੇਖਦੇ ਪਏ ਹਾਂ, ਅਤੇ ਬੈੱਡ ਟੀਵੀ ਜਿਹੜੀ ਉੱਥੇ ਮਿਲੀ ਜਾਂਦੀ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਕੋ ਸਤਨਾਮ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖ ਬਣ ਕੇ ਆਇਆ ਹੈ ਅੱਜ ਰਾਜਾ, ਅਤੇ ਸਿੱਖ ਨੂੰ ਉਪਦੇਸ਼ ਦੇ ਰਹੇ ਨੇ, ਸਿੱਖਾ ਸੁੱਖ ਅਤੇ ਦੁੱਖ ਦੇ ਵਿੱਚ ਮਾਲਕ ਦੀ ਬੰਦਗੀ ਨੂੰ ਨਾ ਛੱਡੀ। ਦੂਜੀ ਗੱਲ ਇਹ ਓ ਸਤ ਸੰਗਤ ਕਰਨੀ ਜਿਹੜੀ ਹੈ ਉਹ ਭੁੱਲ ਨਾ ਜਾਣੀ। ਇਸ ਤਰ੍ਹਾਂ ਬਚਨ ਦੇ ਕੇ ਨਿਵਾਜ ਰਹੇ ਹਨ ਜੀ। ਧੰਨ ਮਨੁਖ ਨਾਲ ਮੋਲ ਪਾਲਾ। ਮੈਂ ਇਹ ਬਚਨ ਇਸ ਕਰਕੇ ਕਹਿ ਰਿਹਾ ਹਾਂ ਇਹ ਰਾਜਨ ਕਿ ਆ ਜਿਹੜੀ ਮਨੁੱਖਾ ਦੇਹੀ ਹੈ ਨਾ, ਇਹ ਬੜੀ ਅਮੋਲਕ ਹੈ।
ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੜੀ ਅਮੋਲਕ ਹੈ ਮਨੁੱਖਾ ਦੇਹੀ, 84 ਲੱਖ ਜੂਨ ਉਪਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇ। ਰੋਜ਼ ਪੜ੍ਹਦੇ ਨਾ ਰਹਿ ਰਾਸ ਦੇ ਵਿੱਚ, ਪਰ ਉੱਥੋਂ ਤੱਕ ਜਾਂਦੇ ਨਹੀਂ। ਬੋਲ ਤਾਂ ਜ਼ਰੂਰ ਜਾਂਦੇ ਹਾਂ, ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਾਹਿਬ ਜੀ ਕਹਿੰਦੇ ਪਏ ਨੇ ਅਮੋਲਕ ਹੈ ਮਨੁੱਖਾ ਦੇਹੀ, ਇਹਦੇ ਵਿੱਚ ਤੈਨੂੰ ਇਹ ਮਨੁੱਖਾ ਜਨਮ ਜਿਹੜਾ ਹੈ ਰਤਨ ਰੂਪ ਜਿਹੜਾ ਹੈ ਭਲਾ ਮਿਲਿਆ ਹੈ। ਤੇ ਕੋਟਿਨ ਕੋ ਨਾ ਕਰੋ ਬਦਲਾ, ਕਿਤੇ ਵੇਖੀ ਇਹ ਨਾ ਹੋ ਜਾਵੇ ਸਤ ਸੰਗਤ ਰੂਪੀ ਘਰ ਤੋਂ ਟੁੱਟ ਜਾਵੇ। ਸੁਖ ਮਿਲੇ ਤੇ ਨੱਚਦਾ ਫਿਰੇ, ਦੁੱਖ ਮਿਲੇ ਤੇ ਰੱਬ ਨੂੰ ਕਵੇਂ ਤੂੰ ਮੇਰੇ ਨਾਲ ਚੰਗਾ ਹੀ ਨਹੀਂ ਕੀਤਾ। ਦੁੱਖ ਸਾਡੇ ਘਰ ਹੀ ਪਾ ਦਿੱਤੇ, ਗਵਾਂਢੀਆਂ ਦੀ ਕੰਧ ਨਹੀਂ ਲੱਭੀ। ਗਵਾਂਢੀਆਂ ਦੇ ਘਰੇ ਕੋਈ ਐਟਮ ਬੰਬ ਸੁੱਟ ਦਿੰਦਾ ਦੁੱਖਾਂ ਦਾ, ਸਾਡੇ ਘਰ ਹੀ ਪਾਉਣਾ ਸੀ। ਤੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਯਾਦ ਹੋਵੇਗਾ ਆਪ ਨੂੰ ਦੱਤਾ ਦੋਸ਼ ਨਾ ਦਿਓ ਕਿਸੇ ਕੋ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਾਣਾ। 12 ਮਾਹ ਦੀ ਬਾਣੀ ਵਿੱਚ ਵੀ ਆਇਆ ਹੈ, ਜਿਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ। ਇੱਕ ਬਚਨ ਤੇ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੋ ਕਰਮ ਬੀਜੀ ਜਾਵੇਗਾ ਉਹਦੇ ਨਾਲ ਹੀ ਰੱਬ ਦੇ ਨੇੜੇ ਵੀ ਹੋ ਸਕਦਾ ਹੈ, ਤੇ ਉਹਦੇ ਨਾਲ ਰੱਬ ਤੋਂ ਦੂਰ ਵੀ ਜਾ ਸਕਦਾ ਹੈ। ਸਾਹਿਬ ਜੀ ਕਹਿੰਦੇ ਦੇਖੀ ਮਨੁੱਖਾ ਜਨਮ ਅਮੋਲਕ ਹੈ ਭਲਿਆ, ਕਿਤੇ ਇਹਨੂੰ ਕੋਟੀਆਂ ਨੂੰ ਵਾਂਗੂ ਬਦਲਾ ਨਾ ਲਈ। ਭਾਵ ਹੈ ਤਾਂ ਇਹ ਮਨੁੱਖਾ ਦੇਹੀ, ਤੇ ਇਹੋ ਜਿਹੀ ਅਮੋਲਕ ਮਨੁੱਖਾ ਦੇਹੀ ਹੈ ਕਿ ਕਿਤੇ ਇਹ ਕੋਡੀਆਂ ਦੇ ਭਾਅ ਹੀ ਨਾ ਜਾਂਦੀ ਰਹੇ। ਤੂੰ ਨਾਮ ਹੀ ਨਾ ਜਪੇ, ਉੱਠ ਕਰਕੇ ਬੰਦਗੀ ਨਾ ਕਰੇ ਰੱਬ ਦੀ, ਖਾ ਲਿਆ ਪੀ ਲਿਆ ਤੇ ਬਸ ਇੱਦਾਂ ਹੀ ਜੀਵਨ ਜਿਹੜਾ ਹੈ ਉਹ ਬਤੀਤ ਹੁੰਦਾ ਰਿਹਾ। ਤੇ ਸਾਹਿਬ ਜੀ ਕਹਿੰਦੇ ਫਿਰ ਕੋਡੀਆਂ ਦੇ ਭਾਅ ਜਾਵੇਗਾ ਜੀਵਨ। ਇਸ ਕਰਕੇ ਰਾਜਨ ਨਾਮ ਜਪਣਾ ਹੈ, ਸਤ ਸੰਗਤ ਕਰਨੀ ਹੈ, ਦੁੱਖ ਸੁੱਖ ਇੱਕ ਸਮਾਨ ਸਮਝਣੇ ਨੇ। ਮਨੁੱਖਾ ਦੇਹੀ ਜਿਹੜੀ ਹੈ ਉਹ ਬੜੀ ਦੁਰਲਭ ਹੈ। ਵੇਖੀ ਕਿਤੇ ਇਹ ਕੋਡੀਆਂ ਦੇ ਭਾਅ ਜਿਹੜੀ ਵਿਕ ਨਾ ਜਾਵੇ। ਸਤ ਸੰਗਤ ਸੇਵ ਪਦਾਰਥ ਜੋ, ਆਂਦੇ ਸਤ ਸੰਗਤ ਰੂਪੀ ਜੋ ਸੇਵਾ ਰੂਪ ਪਦਾਰਥ ਹੈ, ਭਾਵ ਸਤ ਸੰਗਤ ਦੇ ਵਿੱਚ ਜਿਹੜੀ ਸੇਵਾ ਕਰਨੀ ਰੂਪ ਪਦਾਰਥ ਹੈ ਜੀ। ਤਨ ਦੇ ਕਰੋ ਨਿਕ ਸਵਾਰਥ ਜੋ, ਆਪਣੇ ਜੀਵਨ ਦਾ ਮਨੋਰਥ ਬਸ ਇਹ ਰੱਖ ਕਿ ਗ੍ਰਸਤੀ ਜੀਵਨ ਨੂੰ ਨਿਭਾਉਂਦਿਆਂ ਹੋਇਆਂ ਨਾਮ ਬਾਣੀ ਵੀ ਜਪਣੀ ਹੈ, ਤੇ ਸਤ ਸੰਗਤ ਦੇ ਵਿੱਚ ਰਹਿ ਕਰਕੇ ਆਪਣੇ ਅਮੋਲਕ ਸਵਾਸ ਵੀ ਸਫਲ ਕਰਨੇ ਹਨ। ਭੁਜੰਗ ਪਰਿਆਤ ਸਤ ਕਰੋ ਸਤ ਸੰਗਤ ਨਿਰੰਕਾਰ ਹੇਤ। ਇਸ ਕਰਕੇ ਇਹ ਰਾਜਨ ਚਿਰੰਕਾਲ ਆਪਣੀ ਇਸ ਉਮਰ ਦੇ ਵਿੱਚ, ਆਪਣੇ ਇਸ ਜੀਵਨ ਦੇ ਵਿੱਚ ਲੰਮਾ ਸਮਾਂ ਜਿਹੜਾ ਹੈ ਨਾ ਉਹ ਤੂੰ ਬੰਦਗੀ ਕਰਨੀ ਹੈ। ਤੇ ਜਦੋਂ ਬੰਦਗੀ ਕਰਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋਗੇ ਨਾ, ਤੇ ਮੇਰੇ ਮਾਲਿਕ ਨੇ ਕਿਹਾ ਫਿਰ ਲੰਮਾ ਸਮਾਂ ਕਿੱਦਾਂ ਦਾ ਹੋਵੇਗਾ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇੱਕ ਸਵਾਸ ਆਉਂਦਿਆਂ ਤੇ ਇੱਕ ਸਵਾਸ ਜਾਂਦਿਆਂ ਹੀ ਰੱਬ ਚੇਤੇ ਰਹਿਣਾ ਚਾਹੀਦਾ, ਰੱਬ ਤੇ ਵਿਸਰਨਾ ਹੀ ਨਹੀਂ ਚਾਹੀਦਾ। ਇੰਨੀ ਲੰਮੀ ਬੰਦਗੀ ਜਿਹੜੀ ਤੇਰੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ, ਜਿਹਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਖਵਾਉਂਦਿਆਂ ਪਨੰਦਿਆਂ ਸਵੰਦਿਆਂ ਉਠੰਦਿਆਂ, ਖਾਂਦਿਆਂ ਪੀਂਦਿਆਂ ਸੌਂਦਿਆਂ ਵਿਚਰਦਿਆਂ ਸੰਸਾਰ ਦੇ ਉੱਤੇ ਹਰ ਕਰਮ ਕਰਦਿਆਂ ਰੱਬ ਦੀ ਕੀਰਤੀ ਜਿਹੜੀ ਹੈ ਹਿਰਦੇ ਵਿੱਚੋਂ ਨਹੀਂ ਜਾਣੀ ਚਾਹੀਦੀ ਜੀ। ਰੀਲਾ ਸੁਧ ਹੋਵੇ ਭਜੋ ਨਾਮ ਸਵੇਤਾ, ਜਿਹਦੇ ਨਾਲ ਕੀ ਹੋਵੇਗਾ, ਹਿਰਦੇ ਦੇ ਪਾਪ ਨਾਸ਼ ਹੋ ਜਾਵਣਗੇ, ਭਲਾ ਹੋਵੇਗਾ ਸੰਸਾਰ ਤੇ। ਕਈ ਬੈਨ ਐਸੇ ਪਤੰਗ ਤੋਇ ਦੀਨੇ, ਆਂਦੇ ਇਹੋ ਜਿਹੇ ਬੈਨ ਜਦੋਂ ਸੁਣਨੇ ਕੀਤੇ ਹਨ ਰਾਜੇ ਨੇ। ਕਰੀ ਧਰਮ ਸਾਲੰਗ ਭਲੀ ਰੀਤ ਚੀਨੇ, ਤੇ ਨਮਸਕਾਰ ਕਰ ਲਈ ਉਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ। ਧਰਮਸ਼ਾਲ ਬਣਾਉਣ ਦਾ ਹੁਕਮ ਹੋ ਗਿਆ। ਧਰਮਸ਼ਾਲ ਬਣਾ ਕਰਕੇ, ਧਰਮਸ਼ਾਲ ਕਹਿੰਦੇ ਨੇ ਪਾਠਸ਼ਾਲਾ, ਪਾਠਸ਼ਾਲਾ ਕਹਿੰਦੇ ਨੇ ਸਕੂਲ ਨੂੰ,
ਆਪਾਂ ਅੱਜ ਕਾਲਜ ਵੀ ਕਹਿ ਸਕਦੇ ਹਾਂ ਆਦਿਕ, ਜਿੱਥੇ ਪੜ੍ਹਾਈਆਂ ਹੁੰਦੀਆਂ ਨੇ, ਪਰ ਇੱਥੇ ਧਰਮ ਦੀ ਗੱਲ ਹੋ ਰਹੀ ਹੈ। ਜਿੱਥੇ ਤੁਸੀਂ ਹੁਣ ਬੈਠੇ ਹੋ ਨਾ, ਇਹ ਧਰਮਸ਼ਾਲਾ ਹੈ। ਇੱਥੇ ਧਰਮ ਦੀ ਗੱਲ ਹੋ ਰਹੀ ਹੈ, ਧਰਮ ਦੀ ਪੜ੍ਹਾਈ ਹੋ ਰਹੀ ਹੈ। ਸਿੱਖੀ ਦੇ ਸਿਧਾਂਤ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਥਾ ਰੂਪ ਦੇ ਵਿੱਚ, ਤੁਸੀਂ ਸਰਵਣ ਕਰ ਰਹੇ ਹੋ। ਇਹ ਧਰਮਸ਼ਾਲਾ ਹੈ। ਆਂਦੇ ਇਸ ਤਰ੍ਹਾਂ ਰਾਜੇ ਨੇ ਧਰਮਸ਼ਾਲਾ ਬਣਾ ਲਈ। ਦੋਨੋਂ ਟਾਈਮ ਜਿਹੜਾ ਹੈ ਉੱਥੇ ਸਤਸੰਗ ਹੋਣ ਲੱਗਾ, ਬੰਦਗੀ ਦੇ ਵਿੱਚ ਜਿਹੜਾ ਹੈ ਇਹ ਜੁੜ ਗਿਆ। ਇਸ ਤਰ੍ਹਾਂ ਰਾਜੇ ਨੂੰ ਉਪਦੇਸ਼ ਦੇ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੁਕਾਈ ਨੂੰ ਤਾਰਨ ਵਾਸਤੇ ਕਿਸੇ ਹੋਰ ਇਲਾਕੇ ਨੂੰ ਨਿਕਲਣਾ ਕੀਤੇ ਹਨ ਜੀ। ਜਿੱਧਰ ਨੂੰ ਜਾਂਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਜਗਤ ਦੀ ਲੁਕਾਈ ਨੂੰ ਤਾਰਦੇ ਜਾ ਰਹੇ ਹਨ ਜੀ। ਲਏ ਸੰਗ ਮੋਕੋ ਚਲੇ ਜਾਏ ਤੀਨ। ਹੁਣ 3 ਜਾਣੇ ਚੱਲ ਰਹੇ ਨੇ। ਇਹ ਪੰਕਤੀ ਰਮਜ਼ ਭਰਪੂਰ ਹੈ, ਧਿਆਨ ਦੇਣਾ ਅਰਥਾਂ ਦੇ ਵੱਲ। ਆਂਦੇ ਲਏ ਸੰਗ ਮੋਕੋ ਚਲੇ ਜਾਏ ਤੀਨੇ। ਤੀਨੇ ਦੇ ਅਰਥ ਆਉਣਗੇ 3 ਜਾਣੇ, ਮੋਕੋ ਦੇ ਅਰਥ ਆਉਣਗੇ ਭਾਈ ਬਾਲਾ। ਧਿਆਨ ਦੇਣਾ ਗੁਰੂ ਕੀ ਸੰਗਤ ਜੀ। ਇੱਕ ਵਾਰੀ ਮੈਂ ਆਪ ਜੀ ਦੇ ਨਾਲ ਇਸ ਗੱਲ ਨੂੰ ਸਪਸ਼ਟ ਕਰਦੇ ਚੱਲਾਂ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਸੁਣ ਰਹੇ ਨੇ। ਇੱਕ ਗੱਲ ਨੂੰ ਚੇਤੇ ਦੇ ਵਿੱਚ ਰੱਖਿਓ, ਭਾਈ ਬਾਲਾ ਜਿਹੜਾ ਹੈ ਇਤਿਹਾਸ ਨੂੰ ਸੁਣਾ ਰਿਹਾ ਹੈ, ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜੇ ਜਿਨ੍ਹਾਂ ਦੇ ਪਰਥਾਏ ਬਾਣੀ ਨੇ ਕਿਹਾ ਹੈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਭੱਟ ਸਾਹਿਬਾਨਾਂ ਨੇ ਕਿਹਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਰਥਾਏ। ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਇਤਿਹਾਸ ਜਿਹੜੇ ਨੇ ਸੁਣ ਰਹੇ ਨੇ ਕਿਹਦੇ ਕੋਲੋਂ? ਭਾਈ ਬਾਲੇ ਕੋਲੋਂ। ਇਸ ਕਰਕੇ ਇੱਥੇ ਬਚਨ ਆਏ ਨੇ ਲਏ ਸੰਗ ਮੋਕੋ। ਭਾਈ ਬਾਲਾ ਕਹਿਣ ਲੱਗਾ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਜਦੋਂ ਚੱਲੇ ਨਾ ਅੱਗੇ ਉਸ ਰਾਜੇ ਨੂੰ ਤਾਰ ਕੇ ਉਪਦੇਸ਼ ਦੇ ਕੇ, ਨਾਲ ਮੈਨੂੰ ਵੀ ਲੈ ਲਿਆ ਤੇ ਨਾਲ ਤੀਨੇ ਕਿਹਾ ਹੈ। ਹੁਣ ਤੀਜਾ ਕੌਣ ਹੈ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹੁਣ ਤੀਜਾ ਸੀ ਭਾਈ ਮਰਦਾਨਾ। ਆਂਦੇ ਮੈਂ ਸੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੀ, ਤੇ ਭਾਈ ਮਰਦਾਨਾ ਜਿਹੜਾ ਮੇਰਾ ਸਾਥੀ ਸੀ ਉਸ ਸਮੇਂ ਮੇਰੇ ਨਾਲ। ਅਸੀਂ ਤਿੰਨੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਮੈਂ ਭਾਈ ਮਰਦਾਨਾ ਤੁਰੇ ਜਾ ਰਹੇ ਹਾਂ। ਆਂਦੇ ਸੰਸਾਰ ਦੇ ਦੁੱਖਾਂ ਨੂੰ ਨਿਵਰਤ ਕਰਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਰਸਤਾ ਪੈਂਡਾ ਤੈਅ ਕਰ ਰਹੇ ਹਨ ਜੀ। ਕੀ ਹੋਇਆ? ਚਲਦਿਆਂ ਇੱਕ ਦੇਸ਼ ਆਇਆ। ਉਸ ਦੇਸ਼ ਦਾ ਨਾਮ ਹੈ ਮੁਨਾਫਿਕ। ਮੁਨਾਫਿਕ ਦੇਸ਼ ਦੇ ਅੰਦਰ ਗੁਰੂ ਜੀ ਨੇ ਆਪਣੇ ਚਰਨ ਪਾਉਣੇ ਕੀਤੇ ਹਨ। ਹਰ ਨਾਮ ਬਹੀਨ ਅਧੀਨ ਰਹੇ। ਤੇ ਉੱਥੋਂ ਦੇ ਲੋਕਾਂ ਦਾ ਚਿਤਰਨ, ਉੱਥੋਂ ਦੇ ਲੋਕਾਂ ਦੀ ਕਾਰ ਵਿਹਾਰ, ਉੱਥੋਂ ਦੇ ਲੋਕ ਕੀ ਕਰਦੇ ਸਨ ਉਸ ਦੇਸ਼ ਦੇ, ਉਹਨਾਂ ਦੀ ਗੱਲ ਆ ਰਹੀ ਹੈ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਰਥਾਏ ਭਾਈ ਬਾਲਾ ਜੀ ਦੱਸਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਕਿ ਜਦੋਂ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਮੁਨਾਫਿਕ ਦੇਸ਼ ਦੇ ਵਿੱਚ ਪਹੁੰਚੇ ਨਾ, ਤੇ ਉੱਥੋਂ ਦੇ ਲੋਕਾਂ ਦਾ ਹਾਲ ਸੁਣੋ। ਆਂਦੇ ਉਹਨਾਂ ਦੇ ਉੱਥੇ ਵਸਦੇ ਹੋਏ ਜਿਹੜੇ ਲੋਕ ਸਨ, ਹਰ ਨਾਮ ਵਿਹੀਨ ਅਧੀਨ ਰਹੇ। ਉਹ ਕਿਸੇ ਹੋਰ ਮਨੁੱਖ ਦੇ ਅਧੀਨ ਸਨ ਤੇ ਨਾਮ ਤੋਂ ਟੁੱਟੇ ਹੋਏ ਸਨ ਜੀ। ਸਤ ਸੰਗਤ ਰੀਤ ਨਕਾਣ ਸੁਣੀ। ਉਹਨਾਂ ਕਦੀ ਵੀ ਸਤ ਸੰਗਤ ਦੀ ਗੱਲ ਜਿਹੜੀ ਆਪਣੇ ਕੰਨਾਂ ਦੇ ਨਾਲ ਨਹੀਂ ਸੁਣੀ ਸੀ। ਸਭ ਮੂਰਖ ਮਾਨਵ ਕੋ ਨਾ ਗੁਣੀ। ਸਾਰੇ ਦੇਸ਼ ਦੇ ਲੋਕ ਜਿਹੜੇ ਮੰਨੋ ਇਸ ਤਰ੍ਹਾਂ ਸਨ ਜਿੱਦਾਂ ਮੂਰਖ ਹੋਵਣ, ਤੇ ਉਹਨਾਂ ਦੇ ਕੋਲੋਂ ਕੋਈ ਗੁਣ ਨਹੀਂ ਸੀ, ਉਹ ਗੁਣਹੀਨ ਸਨ ਜੀ। ਕਰਤਾਰ ਨ ਜਾਣੀ ਕੌਣ ਕਹਾ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਰਤਾਰ ਰੱਬ ਕੌਣ ਹੈ, ਰੱਬ ਕਿੱਥੇ ਰਹਿੰਦਾ ਹੈ, ਰੱਬ ਕੀ ਕਰਦਾ ਹੈ, ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ। ਕਲ ਕਾਲ ਰਚੇ ਤਮ ਮੋਹ ਮਹਾ।
ਬਸ ਘਰ ਦੇ ਕੰਮ ਕਾਜਾਂ ਦੇ ਵਿੱਚ ਹੀ ਉਲਝੇ ਪਏ ਸਨ ਤੇ ਲੋਭ ਵਸ ਹੋਏ ਪਏ ਸਨ ਜੀ। ਭਗਤੀ ਬਿਨ ਭੂਲ ਕੁਹਾਰ ਪਰੇ, ਭਗਤੀ ਤੋਂ ਹੀਣੇ ਮਨੁੱਖ ਉਸ ਦੇਸ਼ ਦੇ ਏਦਾਂ ਭੰਬਲ ਤੇ ਭੂਸਿਆਂ ਦੇ ਵਿੱਚ ਪਏ ਹੋਏ ਸਨ ਜਿੱਦਾਂ ਕੋਈ ਦੋ ਬੇੜੀਆਂ ਦੇ ਉੱਤੇ ਸਵਾਰ ਹੋ ਜਾਵੇ। ਤੇ ਹੁਣ ਦੋ ਬੇੜੀਆਂ ਦੇ ਉੱਤੇ ਸਵਾਰ ਹੋਇਆ ਮਨੁੱਖ ਕਦੇ ਕਿਨਾਰੇ ਲੱਗ ਸਕਦਾ ਸੰਗਤ ਜੀ? ਦੱਸੋ ਭਲਾ। ਇੱਕ ਪਾਵਨ ਮੁਹਾਵਰਾ ਚੱਲਦਾ ਹੈ, ਦੋਹਾਂ ਬੇੜੀਆਂ ਦਾ ਸਵਾਰ ਨਾ ਆਰ ਨਾ ਪਾਰ, ਡੁੱਬੇ ਅੱਧ ਵਿਚਕਾਰ। ਉਹਨੂੰ ਜਦੋਂ ਦੋ ਰਸਤਿਆਂ ਦੇ ਉੱਤੇ ਆਪਾਂ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਇੱਕ ਪਾਸੇ ਆਪਣੀ ਗੱਲ ਹੋ ਲਈਏ ਤੇ ਕਈ ਵਾਰ ਤੇ ਸੋਚਦੇ ਆ ਕਿ ਗੁਰੂ ਗ੍ਰੰਥ ਨੂੰ ਮੱਥਾ ਟੇਕੀਏ, ਬਾਬਾ ਕਾਰਜ ਰਾਸ ਕਰ ਦੇਵੇਗਾ। 5-7 ਮਿੰਟ, ਅੱਧਾ ਘੰਟਾ, ਪੌਣਾ 2-3 ਘੰਟੇ, ਇੱਕ ਦਿਨ 4 ਦਿਨ, ਹਫ਼ਤਾ ਤੇ ਸ਼ਰਧਾ ਵੱਜੀ ਰਹਿੰਦੀ ਹੈ ਕਿ ਬਾਬਾ ਨਾਨਕ ਸਭ ਕਾਰਜ ਸਵਾਰੇਗਾ। ਤੇ ਜਿੱਦਣ ਕਿਤੇ ਮਹੀਨਾ ਕਿ ਟੱਪ ਜਾਂਦਾ ਹੈ ਨਾ, ਫਿਰ ਚੂਹੇ ਭੁੜਕਦੇ ਪੇਟ ਦੇ ਅੰਦਰ, ਇੱਥੋਂ ਕੁਝ ਨਹੀਂ ਚੱਲਦਾ। ਹੁਣ ਕਿਤੇ ਪੀਰ ਦੇ ਜਾ ਕੇ ਵੀਰਵਾਰ ਤੇਲ ਪਾਈਏ, ਇਹ ਸਿੱਖ ਦੀ ਰੋਹ ਰੀਤੀ ਬਣ ਚੁੱਕੀ ਹੈ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਫਿਰ ਕਰੋ ਕਿਰਪਾ ਆਖੋ ਸਤਿਨਾਮ। ਤੇ ਫਿਰ ਉਹ ਪੀਰ ਵੀ ਫਿਰ ਝਾੜੂ ਦੇ ਨਾਲ ਸਿਰ ਹੌਲਾ ਕਰਦਾ ਇਹਨਾਂ ਦਾ, ਸਿਰ 'ਚ ਪਾ ਸਵਾ ਗੋਹਿਆਂ ਦੀ, ਹੋਰ ਪਤਾ ਨਹੀਂ ਕਿਹੜੇ ਕਿਹੜੇ ਪੱਤੇ ਫੂਕਦਾ ਹੋਵੇਗਾ। ਤੇ ਉਦੋਂ ਪਤਾ ਲੱਗਦਾ ਜਦੋਂ ਸ਼ੈਂਪੂ ਦੇ ਨਾਲ ਵੀ ਸਿਰ ਨਾ ਸਾਫ਼ ਹੋਵੇ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਦੇਖੋ ਕਿਹੋ ਜਿਹੇ ਲੋਕ ਨੇ ਇਸ ਨਗਰ ਦੇ ਦੇਸ਼ ਦੇ ਵਿੱਚ ਵਸਦੇ, ਭਗਤੀ ਤੋਂ ਹੀ ਨੇ, ਕਰਤਾਰ ਦੀ ਕੋਈ ਗੱਲ ਹੀ ਨਹੀਂ ਜਾਣਦੇ ਤੇ ਦੁਬਦਾ ਦੇ ਵਿੱਚ ਪਏ ਹੋਏ ਨੇ। ਨਰ ਮੂਰਖ ਚੀਨ ਨਾ ਨਾਮ ਹਰੇ, ਇਹੋ ਜਿਹੇ ਮਨੁੱਖ ਮੂਰਖ ਜਿਨ੍ਹਾਂ ਨੇ ਕਦੇ ਪਰਮਾਤਮਾ ਦਾ ਨਾਮ ਚੇਤੇ ਹੀ ਨਹੀਂ ਕੀਤਾ। ਤੇ ਸੱਚੀ ਗੱਲ ਜੇ ਗੁਰੂ ਕੀ ਸੰਗਤ ਜੀ, ਕਈ ਵਾਰ ਪਰਿਵਾਰ ਦੇ ਵਿੱਚ ਇਹੋ ਜਿਹਾ ਜੀਵ ਸਾਨੂੰ ਮਿਲ ਜਾਂਦਾ ਹੈ। ਪਤਨੀ ਤੇ ਹੁੰਦੀ ਹੈ ਰੱਬ ਦੇ ਘਰ ਵਾਲੀ, ਉੱਠਦੀ ਹੈ, ਇਸ਼ਨਾਨ ਪਾਣੀ ਕਰਦੀ ਹੈ, ਰਸੋਈ ਸਾਂਭਦੀ ਹੈ, ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਟਾ ਗੁੰਨਦੀ ਹੋਵੇ ਤਾਂ ਵੀ ਵਾਹਿਗੁਰੂ ਵਾਹਿਗੁਰੂ, ਰੋਟੀ ਪਕਾਉਂਦੀ ਹੋਵੇ ਤਾਂ ਵੀ ਵਾਹਿਗੁਰੂ, ਸਬਜ਼ੀ ਧਰਦੀ ਹੋਵੇ ਤਾਂ ਹੀ ਵਾਹਿਗੁਰੂ ਕਰਦੀ ਹੈ, ਬੱਚੇ ਦੇ ਕੇਸ ਵਾਹੁੰਦੀ ਹੋਵੇ ਤਾਂ ਵੀ ਵਾਹਿਗੁਰੂ ਕਰਦੀ ਹੈ। ਤੇ ਫਿਰ ਵੱਟ ਕਰਕੇ ਕੋਲੀ ਫੜ ਕੇ ਕਿਤੇ ਇੱਕ ਬੈੱਡ ਵੱਲ ਨੂੰ ਮਾਰਦੀ ਹੈ, ਖਸਮਾ ਉੱਠ ਜਾ, ਕਿਤੇ ਤੂੰ ਵੀ ਗੁਰਦੁਆਰੇ ਜਾ ਕੇ ਮੱਥਾ ਟੇਕਿਆ। 24 ਘੰਟੇ ਜਿਹੜਾ ਹੈ ਮੋਬਾਇਲ ਦੇ ਨਾਲ ਚੰਬੜਿਆ ਰਹਿੰਦਾ, ਤੇਰੀ ਨੀਂਦ ਪਤਾ ਨਹੀਂ ਕਿੱਦਣ ਖੁੱਲ੍ਹੀ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਤੇ ਬੰਦਗੀ ਵਾਲਾ ਆ ਗਈ ਘਰ ਦੇ ਵਿੱਚ, ਤੇ ਦੂਜਾ ਜਿਹੜਾ ਹੈ ਰਜਾਈ ਦਾ ਜੁੱਲਾ ਹੀ ਨਹੀਂ ਛੱਡਦਾ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਹਿਬ ਜੀ ਕਹਿੰਦੇ ਪਏ ਇਹੋ ਜਿਹੇ ਮਨੁੱਖ ਨਰ ਮੂਰਖ ਚੀਨ ਨਾ ਨਾਮ ਹਰੇ, ਇਹੋ ਜਿਹੇ ਮੂਰਖ ਕਦੀ ਮੈਂ ਸੰਸਾਰ 'ਤੇ ਨਹੀਂ ਦੇਖੇ ਹੋਣੇ ਜਿਨ੍ਹਾਂ ਨੇ ਕਦੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਹੀ ਨਹੀਂ ਚੇਤੇ ਕੀਤਾ। ਹਾਲਾਂਕਿ ਇਹ ਸਰੀਰਾ ਮੇਰਿਆ ਹਰ ਤੁਮਨੇ ਜੋਤ ਰੱਖੀ, ਤਾਂ ਤੂੰ ਜਗ ਮੇ ਆਇਆ। ਰੱਬ ਨੇ ਤੇਰੇ ਅੰਦਰ ਆਪਣੀ ਸਤਾ ਟਿਕਾਈ ਤੇ ਆ ਅੱਖਾਂ ਦੇਖਣ ਲੱਗੀਆਂ, ਕੰਨ ਸੁਣਨ ਲੱਗੇ, ਜਿਹਬਾ ਬੋਲਣ ਲੱਗੀ, ਪੈਰ ਚੱਲਣ ਲੱਗੇ, ਹੱਥ ਕੁਝ ਕਰਨ ਲੱਗੇ। ਤੇ ਹੁਣ ਤੂੰ ਰੱਬ ਤੋਂ ਹੀ ਮੁਨਕਨ ਹੋ ਗਿਆ, ਕਹਿੰਦਾ ਰੱਬ ਹੈ ਹੀ ਨਹੀਂ। ਆਂਦੇ ਕਦੀ ਚੇਤਿਆ ਹੀ ਨਹੀਂ ਰੱਬ ਨੂੰ। ਪਰ ਨਾਨਕ ਗੁਰੂ ਜੀ ਜੋ ਦਇਆਵਾਨ ਹਨ, ਕਰਮਾਂ ਦੇ ਘਰ ਹਨ, ਆਂਦੇ ਉਹਨਾਂ ਦੇ ਮਨ ਦੇ ਵਿੱਚ ਇਹਨਾਂ ਲੋਕਾਂ ਨੂੰ ਦੇਖ ਕਰਕੇ ਨਾ ਦਇਆ ਆ ਗਈ। ਹੁਣ ਅਸੀਂ ਵੀ ਕਈ ਵਾਰ ਦੇਖਦੇ ਕਿੰਨਾ ਵਿਚਾਰਾ ਮਨੁੱਖ ਹੈ, ਇੱਕ ਤੇ ਬੜਾ ਨਿਤਨੇਮੀ ਮਨੁੱਖ ਹੈ, ਰੋਜ਼ ਆਪਾਂ ਦੇਖੀਏ ਤਾਂ ਆਪਾਂ ਕਹਿੰਦੇ ਕਿੰਨੇ ਇਹਦੇ ਵੱਡੇ ਭਾਗ ਹੈ, ਇਹ ਅੰਮ੍ਰਿਤ ਵੇਲੇ ਉੱਠਦਾ, ਇਹਦੇ ਅੱਗੇ ਬੱਚੇ ਵੀ ਉੱਠਦੇ। ਤੇ ਜਦੋਂ ਕੋਈ ਬੇਨਿਤ ਨੇਮੀਆਂ ਮਿਲ ਜਾਵੇ ਆਪਾਂ ਕਹਿੰਦੇ ਕਿੰਨਾ ਵਿਚਾਰਾ ਹੈ, ਇਹਦਾ ਕੁਝ ਕਰਨਾ ਚਾਹੀਦਾ ਹੈ। ਇਹਨੂੰ ਵੀ ਸਤ ਸੰਗਤ ਦੀਆਂ ਘੜੀਆਂ ਜਿਹੜੀਆਂ ਮਿਲਣੀਆਂ ਚਾਹੀਦੀਆਂ, ਕੋਈ ਯਤਨ ਕਰੀਏ, ਕੋਈ ਉਪਰਾਲਾ ਕਰੀਏ। ਇਹ ਵੀ ਗੁਰੂ ਕੀ ਸੰਗਤ ਵਿੱਚ ਜਾ ਕੇ ਜਿਹੜਾ ਰਲ ਬੈਠ ਜਾਵੇ, ਇਹਦਾ ਵੀ ਕੋਈ ਪਾਰ ਉਤਾਰਾ ਹੋ ਜਾਵੇ, ਇਹਦੇ ਵੀ ਕਿਤੇ ਸਵਾਸ ਜਿਹੜੇ ਨੇ, ਕੁਝ ਘੜੀਆਂ ਜਿਹੜੀਆਂ ਨੇ ਉਹ ਸਫਲ ਹੋ ਜਾਵੇ। ਇਸ ਪ੍ਰਕਾਰ ਕਰਮਾਂ ਦੇ ਘਰ ਜਦੋਂ ਦੇਖਿਆ ਇਹਨਾਂ ਲੋਕਾਂ ਦੇ ਵੱਲ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਇਹਨਾਂ ਲੋਕਾਂ ਨੂੰ ਉਤਾਰਨ ਵਾਸਤੇ ਦਇਆ ਆ ਗਈ ਹੈ। ਇਸ ਦੇਸ ਨ ਕੀਰਤ ਆਚਰਨ
ਕੀ ਸੋਚਦੇ ਗੁਰੂ ਨਾਨਕ ਦੇਵ ਜੀ ਮਹਾਰਾਜ? ਆਂਦੇ ਇਸ ਦੇਸ਼ ਦੇ ਜਿਹੜੇ ਵਾਸੀ ਨੇ ਉਹਨਾਂ ਨੇ ਕਦੀ ਕੀਰਤੀ ਨਹੀਂ ਕੀਤੀ ਤੇ ਉਹਨਾਂ ਦਾ ਆਚਰਣ ਵੀ ਜਿਹੜਾ ਹੈ ਸੰਸਾਰ ਦੇ ਉੱਤੇ ਕੋਈ ਨਹੀਂ ਹੈ। ਪਰਲੋਕੇ ਕੀ ਸੁਧ ਏਕ ਨਹੀਂ। ਉਹਨਾਂ ਨੂੰ ਪਤਾ ਹੀ ਨਹੀਂ ਇਸ ਲੋਕ ਤੋਂ ਇਲਾਵਾ ਕਿ ਕੋਈ ਹੋਰ ਪਰਲੋਕ ਵੀ ਹੈਗਾ ਹੈ। ਆਪਾਂ ਲੋਕ ਪਰਲੋਕ ਦੀ ਗੱਲ ਕਰਦੇ ਨੂੰ ਆਪਾਂ ਕਹਿੰਦੇ ਸਵਰਗ ਤੇ ਨਰਕ। ਆਂਦੇ ਇਸ ਲੋਕ ਤੋਂ ਇਲਾਵਾ ਉਹਨਾਂ ਨੂੰ ਪਰਲੋਕ ਦੀ ਕੋਈ ਸ਼ੁੱਧ ਨਹੀਂ ਹੈ। ਸਭ ਨਾਰਕ ਜਾਵੇ ਦੁਖ ਸਹੀ। ਇਸ ਕਰਕੇ ਇਸ ਨਗਰ ਦੇ ਲੋਕ, ਇਸ ਦੇਸ਼ ਦੇ ਲੋਕ ਜਿਹੜੇ ਨੇ ਸਾਰੇ ਨਰਕਾਂ ਨੂੰ ਜਾਵਣਗੇ। ਪਿਆਰੇ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਿਸ ਘਰ ਦੇ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਜਿਸ ਘਰ ਦੇ ਵਿੱਚ ਨਿਤਨੇਮ ਨਹੀਂ ਸਾਂਭਿਆ ਜਾਂਦਾ, ਉਹ ਆਪਣੇ ਆਪ ਦੇ ਵਿੱਚ ਜਿੰਨੇ ਮਰਜ਼ੀ ਕੋਠੀਆਂ ਕਾਰਾਂ ਵਾਲੇ ਹੋਣ, ਬਾਣੀ ਕਹਿੰਦੀ ਵੱਡੇ ਵੱਡੇ ਜੋ ਦਿਸੈ ਲੋਕ ਤਿਨ ਕੋ ਵਿਆਪੈ ਚਿੰਤਾ ਰੋਗ। ਕਾਹਦੀਆਂ ਚਿੰਤਾਵਾਂ? ਫਿਰ ਬਾਣੀ ਤੋਂ ਟੁੱਟੇ ਹੋਣਗੇ ਜਦੋਂ, ਫਿਰ ਚਿੰਤਾਵਾਂ ਚੱਲਣਗੀਆਂ। ਸਾਹਿਬ ਜੀ ਕਹਿੰਦੇ ਪਏ ਨੇ, ਹੇ ਭਾਈ ਇਹ ਨਰਕ ਨੂੰ ਜਾਵਣਗੇ। ਇਕ ਏਕ ਕਦਾਰ ਉਦਾਰ ਤਹਾਂ। ਆਂਦੇ ਗੁਰੂ ਜੀ ਨੇ ਇੱਕ ਸ੍ਰੇਸ਼ਟ ਉਸ ਵੇਲੇ ਖੇਤ ਦੇਖਿਆ, ਭਾਵ ਇੱਕ ਜ਼ਮੀਨ ਦਾ ਟੁਕੜਾ ਦੇਖਿਆ ਹੈ। ਗੁਰ ਬੈਠ ਗਏ ਬਖਤਾਹੀ ਜਹਾਂ। ਉਸ ਖੇਤ ਦੇ ਕਿਨਾਰੇ ਗੁਰੂ ਜੀ ਆਸਨ ਲਾ ਕੇ ਬੈਠ ਗਏ। ਇਕੱਠਾ ਕਰ ਈਂਧਣ ਧੂਪ ਕਿਓ। ਲੱਕੜਾਂ ਇਕੱਠੀਆਂ ਕਰਕੇ, ਸਿਆਲੀ ਦਿਨ ਸਨ, ਤੇ ਉੱਥੇ ਅੱਗ ਬਾਲ ਦਿੱਤੀ ਜਿਹਦੀ ਲੋ ਤੇ ਧੂੰ ਜਿਹੜਾ ਉੱਠ ਰਿਹਾ ਹੈ। ਦਰਵੇਸ਼ ਸੁਬੇਸ਼ ਸਰੀਰ ਲਿਓ। ਆਂਦੇ ਦਰਵੇਸ਼ ਸਰੀਰ ਜਿਹੜਾ ਸੀ ਨਾ, ਉਸ ਅੱਗ ਦਾ ਨਿੱਘ ਮਾਣਦਾ ਹੈ। ਇਸ ਦੇਸ਼ ਗੁਰੀਦ ਹੁਦੀ ਜੋ ਸੁਣਾ। ਆਂਦੇ ਇਸ ਦੇਸ਼ ਦੇ ਵਿੱਚ ਜੋ ਕ੍ਰਿਤੀਆਂ ਹੋ ਰਹੀਆਂ ਸਨ, ਭਾਵ ਇਸ ਦੇਸ਼ ਦੇ ਵਿੱਚ ਜੋ ਪਾਪ ਹੋ ਰਹੇ ਸਨ, ਉਹ ਸੁਣਨਾ ਕਰੋ। ਚਿਤ ਪਾਲਕ ਪੂਜੇ ਰਾਮ ਮਨ। ਆਂਦੇ ਉਸ ਸਮੇਂ ਇੱਕ ਉੱਥੇ ਮਨੁੱਖ ਨੇ ਆਉਣਾ ਕੀਤਾ ਹੈ ਤੇ ਉਹ ਕਹਿਣ ਲੱਗਾ ਕਿ ਇਸ ਦੇਸ਼ ਦਾ ਰਾਜਾ ਹੀ ਆਪਣੇ ਆਪ ਨੂੰ ਰੱਬ ਸਮਝਦਾ ਹੈ। ਬਰਖਾ ਜਬ ਚਾਹੇ ਖੇਤ ਹਤੰਗ। ਤੇ ਲੋਕ ਵੀ ਉਸ ਨੂੰ ਰੱਬ ਜਾਣਦੇ ਨੇ, ਇੱਕ ਮਨੁੱਖ ਨੂੰ ਰੱਬ ਜਾਣਦੇ ਨੇ ਤੇ ਉਸ ਤੋਂ ਇਲਾਵਾ ਉਹ ਕਰਤਾਰ ਦੀ ਕੀਰਤੀ ਨਹੀਂ ਜਾਣਦੇ। ਤੇ ਜਦੋਂ ਇਸ ਦੇਸ਼ ਦੇ ਵਿੱਚ ਆਂਦੇ ਮੀਂਹ ਨਹੀਂ ਨਾ ਪੈਂਦਾ ਤੇ ਉਦੋਂ ਫਿਰ ਉਹ ਇਸ ਰਾਜੇ ਦੇ ਕੋਲ ਆਉਂਦੇ ਹਨ। ਸਭ ਜਾਚੇ ਜਾਏ ਜਹਾਨੀ ਪਤੰਗ। ਆਂਦੇ ਜਿੱਥੇ ਫਿਰ ਰਾਜਾ ਬੈਠਾ ਹੁੰਦਾ ਹੈ, ਉੱਥੇ ਜਾ ਕੇ ਰਾਜੇ ਨੂੰ ਮੀਂਹ ਪਵਾਉਣ ਵਾਸਤੇ ਬੇਨਤੀ ਕਰਦੇ ਹਨ। ਮੁਖ ਜਾਤੁ ਸੁਰੇਸ਼ ਨਰੇਸ਼ ਕਰੇ। ਤੇ ਉਹ ਰਾਜਾ ਫਿਰ ਜਿਹੜਾ ਹੈ ਇੰਦਰ ਦੇਵਤੇ ਦੇ ਮੰਤਰ ਪੜ੍ਹਨੇ ਸ਼ੁਰੂ ਕਰਦਾ ਹੈ। ਜਬ ਮੰਤਰ ਪੜੇ ਬਰਖਾ ਸੋ ਪਰੇ। ਉਹਨੇ ਆਪਣਾ ਜਿਹੜਾ ਹੈ ਪ੍ਰਭਾਵ ਇਸ ਤਰ੍ਹਾਂ ਪਾਇਆ ਹੋਇਆ ਸੀ ਉਸ ਦੇਸ਼ ਦੇ ਲੋਕਾਂ ਦੇ ਉੱਤੇ। ਗੁਰੂ ਦੀ ਸੰਗਤ ਜੀ ਆਂਦੇ ਜਦੋਂ ਮੰਤਰ ਪੜ੍ਹਦਾ ਸੀ ਤੇ ਵਰਖਾ ਹੋ ਜਾਂਦੀ ਸੀ। ਜਿਸ ਕਾਰਜ ਹੋਏ ਨਵਾਏ ਅਸੰਗ। ਇਸ ਤਰ੍ਹਾਂ ਫਿਰ ਜਿਹੜੀ ਖੇਤੀ ਸੀ, ਜਿਹੜੀ ਸੁੱਕਦੀ ਸੀ ਪਾਣੀ ਦੇ ਕਾਰਨ, ਉਹ ਫਿਰ ਖੇਤੀ ਹਰੀ ਭਰੀ ਹੋ ਜਾਂਦੀ ਸੀ ਮੀਂਹ ਪੈਣ ਦੇ ਨਾਲ। ਬਿਨ ਭੂਪ ਲਖੇ ਨੈ ਔਰ ਕਸੰਗ। ਜਿਸ ਕਰਕੇ ਇਸ ਪ੍ਰਭਾਵ ਦੇ ਚੱਲਦਿਆਂ ਉੱਥੋਂ ਦੇ ਦੇਸ਼ ਦੇ ਲੋਕ ਜਿਹੜੇ ਸਨ, ਰਾਜੇ ਤੋਂ ਬਗੈਰ ਕਿਸੇ ਹੋਰ ਨੂੰ ਰੱਬ ਨਹੀਂ ਸੀ ਮੰਨਦੇ। ਪਿਆਰ ਨਾਲ ਕੋ ਸਤਨਾਮ ਸ੍ਰੀ। ਚਲੇ ਜਾਓ ਹਰਿਆਣੇ ਦੀ ਧਰਤੀ ਵੱਲ। ਅੱਜ ਉਹ ਸਰਸਾ ਇੰਨਾ ਕਿ ਮਸ਼ਹੂਰ ਹੋ ਗਿਆ ਕਿ ਉੱਥੋਂ ਦੇ ਲੋਕ ਉਹਨੂੰ ਰੱਬ ਬਣਾ ਬੈਠੇ, ਪਰ ਜੇਲ੍ਹਾਂ 'ਚ ਧੱਕੇ ਖਾ ਰਹੇ। ਬੇਅੰਤ ਇਹੋ ਜਿਹੇ ਪੜਾਅ ਜਿਹੜੇ ਕਈ ਵਾਰ ਕਹਿਣ ਤੋਂ ਗੁਰੇਜ਼ ਕਰ ਜਾਈਦੇ ਨੇ। ਇਹੋ ਜਿਹੇ ਠੇਕੇਦਾਰ ਧਰਮ ਦੇ ਬਣੇ, ਇਹੋ ਜਿਹੀਆਂ ਦੁਕਾਨਾਂ ਚਲਾ ਲਈਆਂ। ਲੋਕੀ ਵੀ ਇਹੋ ਜਿਹੇ ਮੂਰਖ ਆਪਣਾ ਸਭ ਕੁਝ ਲੁਟਾ ਕਰਕੇ, ਇੱਜ਼ਤ ਵੀ, ਪੱਤ ਵੀ ਤੇ ਧਨ ਵੀ ਲੁਕਾ ਕੇ, ਫਿਰ ਵੀ ਕਹਿੰਦੇ ਨੇ ਸਾਡਾ ਬਾਬਾ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਉਹ ਆ ਬਾਬੇ ਕੋਲੋਂ ਆ ਜਾਓ ਹਾਂ ਭਲਾ। ਇੱਥੇ ਆਉਣ ਲੱਗਿਆ ਕੀ ਹੁੰਦਾ ਸਿੱਖਾ ਤੈਨੂੰ? ਇਹ ਬਾਬਾ ਤੇ ਕਹਿੰਦਾ ਦਿੰਦਾ ਦੇ, ਲੈਂਦੇ ਥੱਕ ਪਾਏ। ਕਦੀ ਨੇ ਮੰਗਿਆ ਹੀ ਨਹੀਂ ਤੁਹਾਡੇ ਕੋਲੋਂ ਕਿ ਮੈਂ ਤੁਹਾਨੂੰ ਕਾਰ ਦੇ ਦਿੱਤੀ, ਕੋਠੀ ਦੇ ਦਿੱਤੀ, ਬੰਗਲੇ ਦੇ ਦਿੱਤੇ, ਧੀਆਂ ਪੁੱਤਰ ਜਾਇਦਾਦਾਂ ਦੇ ਦਿੱਤੀਆਂ, ਮੈਂ ਤੁਹਾਡੇ ਕੋਲੋਂ ਕੁਝ ਮੰਗ ਰੱਖਦਾ ਹਾਂ। ਤੇ ਜਦੋਂ ਦੁਨਿਆਵੀਆਂ ਦੇ ਜਾ ਕੇ ਮੱਥੇ ਟੇਕੋਗੇ ਨਾ, ਫਿਰ ਉੱਥੇ ਥਈਆਂ ਤੇ ਦੇਣੀਆਂ ਪੈਣਗੀਆਂ। ਇੱਥੋਂ ਤੱਕ ਵੀ ਕਲਬ ਚਲ ਜਾਂਦਾ ਹੈ
ਕਈ ਵਾਰ ਸਰੀਰਾਂ ਦਾ ਸ਼ੋਸ਼ਣ ਵੀ ਉਹਨਾਂ ਡੇਰਿਆਂ ਦੇ ਵਿੱਚ ਜਿਹੜਾ ਹੋ ਜਾਂਦਾ ਹੈ। ਪਿਆਰ ਨਾਲ ਸਤਿਨਾਮ ਸ੍ਰੀ ਵਾਹਿਗੁਰੂ। ਸਾਹਿਬ ਜੀ ਆਖਦੇ ਪਏ ਨੇ ਕਿ ਉੱਥੇ ਫਿਰ ਰਾਜਨ ਦੇ ਕਹਿਣ ਦੇ ਉੱਤੇ ਮੀਂਹ ਪੈਂਦਾ ਸੀ ਜੀ। ਜਿਸ ਬਾਸੁਰ ਤੇ ਗੁਰ ਬੈਠ ਗਏ। ਆਂਦੇ ਜਿਸ ਦਿਨ ਤੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਦੇਸ਼ ਦੇ ਵਿੱਚ ਜਾ ਬੈਠੇ ਸਨ, ਤਬ ਤੇ ਜਲ ਮੇਘ ਨਾ ਫੇਰ ਪਏ। ਹਰ ਨਾਖੋ ਸਤਿਨਾਮ ਸ੍ਰੀ ਵਾਹਿਗੁਰੂ। ਕੌਣ ਝੱਲੈ ਗੁਰੂ ਦੀ ਝਾਲਾ। ਗੁਰੂ ਦੀ ਝਾਲ ਕੌਣ ਝੱਲ ਸਕਦਾ ਹੈ? ਜਿਹੜਾ ਆਪ ਰੱਬ ਹੈ। ਇਹ ਸਮੇਂ ਦਾ ਹਾਕਮ ਰੱਬ ਬਣੀ ਬੈਠਾ ਹੈ। ਲੋਕਾਂ ਨੂੰ ਭਰਮ ਤੇ ਭੁਲੇਖਿਆਂ ਦੇ ਵਿੱਚ ਪਾ ਕਰਕੇ ਆਪਣੇ ਮੰਤਰਾਂ ਸ਼ੰਤਰਾਂ ਦੇ ਨਾਲ ਮੀਂਹ ਪਵਾ ਦਿੰਦਾ ਸੀ। ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਜਿਸ ਦਿਨ ਇਸ ਦੇਸ਼ ਦੇ ਵਿੱਚ ਡੇਰਾ ਕੀਤਾ ਜਾ ਕਰਕੇ, ਉਹਨਾਂ ਨੇ ਗੰਗਾ ਜਿਹੜੀ ਹੈ ਉਲਟੀ ਵਹਾ ਦਿੱਤੀ। ਹੁਣ ਜਿਹੜਾ ਹੈ ਉੱਥੇ ਕਈ ਦਿਨ ਹੋ ਗਏ ਹਨ ਮੀਂਹ ਨਹੀਂ ਪਿਆ ਜੀ। ਤੇ ਪਾਣੀ ਤੋਂ ਬਿਨਾ ਜਿਹੜਾ ਹੈ ਜਲ ਬਿਨ ਸਾਖ ਕੁੰਭਲਾਬਤੀ ਉਪਜੇ ਨਾਹੀ ਦਾਮ। ਖੇਤੀ ਜਿਹੜੀ ਹੈ ਗੁਰੂ ਕੀ ਸੰਗਤ ਜੀ ਸੁੱਕਦੀ ਪਈ ਸੀ। ਸਭ ਲੋਕ ਕਈ ਨਿਰਕ ਪਾਸ ਤਬੇ। ਉਦੋਂ ਫਿਰ ਸਾਰੇ ਲੋਕ ਇਕੱਠੇ ਹੋ ਕਰਕੇ ਵਿਆਕੁਲ ਹੋ ਕਰਕੇ ਰਾਜੇ ਦੇ ਪਾਸ ਜਾਣਾ ਕਰਦੇ ਹਨ। ਹੁਣ ਉਸ ਰਾਜੇ ਨੂੰ ਕੀ ਕਹਿ ਰਹੇ ਨੇ? ਅੱਗੇ ਰਾਜਾ ਕਿਸ ਤਰ੍ਹਾਂ ਉਹਨਾਂ ਦੀਆਂ ਗੱਲਾਂ ਦਾ ਉੱਤਰ ਦੇ ਰਿਹਾ ਹੈ। ਮੀਂਹ ਪੈਂਦਾ ਹੈ ਜਾਂ ਨਹੀਂ ਪੈਂਦਾ? ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖਾਂ ਨੂੰ ਕਿਸ ਤਰ੍ਹਾਂ ਤਾਰ ਰਹੇ ਨੇ? ਆਉਣ ਵਾਲੇ ਸਮੇਂ ਦੇ ਅੰਦਰ ਗਾਥਾ ਅੱਗੇ ਰੱਖਣ ਦਾ ਯਤਨ ਕਰਾਂਗੇ ਜੀ। ਇੰਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਦੀ